अस्सलाम वालेकुम गाइस। आज हम आपका तारफ़ कराएंगे कैसर गुज्जर, जो चनाब गुड्स ट्रांसपोर्ट कंपनी के ऑनर हैं। तो आज हम इनसे कुछ सवालात करेंगे कि जो पीछे पूरा हफ़्ता डेढ़ हफ़्ता हड़ताल रही है उसके बारे में हमें ये बताएंगे। जी कैसर गुज्जर साहब, अस्सलाम वालेकुम जी। तो आप पहले तो हमें ये बताएं कि बात उर्दू में करना पसंद करेंगे कि पंजाबी में? पंजाबी में करेंगे। चलें जी, ठीक है। अच्छा मुझे बताइएगा कि जो पिछले डेढ़ हफ़्ता हड़ताल रही है, ਉਹਦੇ 'ਚ ਕੀ ਹੁਣ ਤੁਹਾਨੂੰ ਨਜ਼ਰ ਆਇਆ, ਕੀ ਨੁਕਸਾਨ ਹੋਇਆ, ਕੀ ਮੁਤਾਲਬਾਤ ਤੁਹਾਡੇ ਪੂਰੇ ਹੋਏ ਨੇ, ਕਿਹੜੇ ਨਹੀਂ ਹੋਏ? ਆਵਾਮ ਤੇ ਇਸ ਚੀਜ਼ 'ਚ ਬੜੀ ਪਰੇਸ਼ਾਨ ਹੋਈ ਹੈ। ਫਿਲਹਾਲ ਸਰ ਸਾਨੂੰ ਉਹਦੇ 'ਚ ਕੋਈ ਸ਼ੈ ਨਜ਼ਰ ਨਹੀਂ ਆਈ, ਸਾਡਾ ਕੋਈ ਮੁਤਾਲਬਾਤ ਨਹੀਂ ਹੋਏ, ਸਾਨੂੰ ਬਸ ਨੁਕਸਾਨ ਹੀ ਨੁਕਸਾਨ ਉਹਦੇ 'ਚ ਹੋਇਆ। ਹਕੂਮਤ ਨੇ ਸਾਨੂੰ ਬਸ ਇੱਕ 30 ਦਿਨ ਦਾ ਟਾਈਮ ਦੇ ਛੱਡਿਆ। ਉਹਨਾਂ ਨੇ ਆਖਿਆ ਤੁਸੀਂ ਹੜਤਾਲ ਖੋਲ੍ਹੋ, 30 ਦਿਨ ਬਾਅਦ ਤੁਹਾਡੇ ਫਿਰ ਇਨਸ਼ਾਅੱਲਾ ਇਹਦੇ ਅੰਦਰ ਅੰਦਰ ਤੁਹਾਡੇ ਮੁਜ਼ਾਕਰਾਤ ਕਰਾਂਗੇ, ਤੁਹਾਨੂੰ ਰਿਲੀਫ ਦਿੱਤਾ ਜਾਏਗਾ, ਡੀਜ਼ਲ, ਟੂਲ ਪਲਾਜ਼ਾ ਸਭ ਕੁਛ ਦਾ। ਲੇਕਿਨ ਇਹ ਜਿਹੜਾ ਡੇਢ ਹਫ਼ਤਾ ਗੁਜ਼ਰਿਆ, ਇਹਦੇ ਵਿੱਚ ਤੇ ਆਵਾਮ ਬੜੀ ਪਰੇਸ਼ਾਨ ਵੀ ਹੋਈ ਹੈ, ਨੁਕਸਾਨ ਵੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੋਇਆ ਕੰਪਨੀਆਂ ਦਾ। ਇਹਦੇ ਬਾਰੇ 'ਚ ਤੁਸੀਂ ਕੀ ਕਹੋਗੇ? ਇਹਦੇ 'ਚ ਸਾਡਾ ਖੁਦ ਬੜਾ ਨੁਕਸਾਨ ਹੈ। ਸਾਡੀ 8 ਦਿਨ ਟਰਾਂਸਪੋਰਟ ਰੁਕੀ ਰਹੀ ਹੈ। ਸਾਡੀ ਕਮ ਸੇ ਕਮ ਇੱਕ 24 ਘੰਟੇ ਦੀ ਇੱਕ ਸਾਡੀ ਟਰੇਲੇ 22 ਵੀਲਰ ਟਰੇਲੇ ਦੀ ਕਮ ਸੇ ਕਮ 20 ਤੇ 25,000 ਰੁਪਏ ਦਿਨ ਦਿਹਾੜੀ ਇੱਕ। ਸਾਡੀ ਟਰਾਂਸਪੋਰਟ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸਾਨੂੰ ਵੈਸੇ ਮੋਟਰਵੇ ਲੁੱਟ ਰਹੀ ਹੈ। ਪਰ ਅਸੀਂ ਹੜਤਾਲ ਕਦੋਂ ਵਾਸਤੇ ਕੀਤੀ, ਸਾਡੇ ਮੁਜ਼ਾਕਰਾਤ ਨਹੀਂ ਉਹਨਾਂ ਨਾਲ ਹੋ ਸਕਿਆ। ਸਾਨੂੰ ਹਕੂਮਤ ਨੇ ਜ਼ਬਰਦਸਤੀ ਸਾਡੀ ਹੜਤਾਲ ਖੁਲਵਾਈ ਗਈ ਹੈ। ਸਾਡੀ ਫਿਲਹਾਲ ਕੋਈ ਮੁਜ਼ਾਕਰਾਤ ਨਹੀਂ ਉਹਨਾਂ ਹੋਏ, ਸਾਨੂੰ ਇੱਕ ਟਾਈਮ ਦਿੱਤਾ ਗਿਆ 30 ਦਿਨ ਦਾ। ਤੇ ਤੁਸੀਂ ਵਿੱਚ ਗੱਲ ਕੀਤੀ ਹੈ ਮੋਟਰਵੇ ਵਾਲੇ ਲੁੱਟਦੇ ਪਏ ਨੇ। ਮੋਟਰਵੇ ਸਾਨੂੰ ਜ਼ਬਰਦਸਤ ਜ਼ਿਆਦਤੀ ਕਰਦੇ ਨੇ। ਇੱਕ ਬੀਟ ਗੁਜ਼ਰਦੀ ਹੈ, ਦੂਸਰੀ ਬੀਟ 'ਚ ਉਹੋ ਹੀ ਚਲਾਨ ਕਰ ਛੱਡਦੇ ਨੇ ਡਬਲ 24 ਘੰਟੇ ਦਾ ਤਕਰੀਬਨ ਇੱਕ ਚਲਾਨ ਹੋਣਾ ਚਾਹੀਦਾ। ਨਹੀਂ, ਜਿਹੜਾ ਤੁਹਾਡਾ ਚਲਾਨ ਹੁੰਦਾ ਹੈ ਜੀ, ਉਹਦੀ ਤੁਹਾਨੂੰ ਸਲਿੱਪ ਨਹੀਂ ਮਿਲਦੀ? ਸਲਿੱਪ ਮਿਲਦੀ ਹੈ ਤੇ ਫਿਰ ਅਗਲੀ ਬੀਟ ਵਾਲੇ ਫਿਰ ਕਰਦੇ ਨੇ ਤੁਹਾਡੀ ਓਵਰਲੋਡਿੰਗ ਹੈ, ਵਜ਼ਨ ਜ਼ਿਆਦਾ ਹੈ, ਕੋਈ ਨਾ ਕੋਈ ਬਹਾਨਾ ਉਹਨਾਂ ਕੋਲ ਬਣ ਜਾਂਦਾ ਹੈ, ਗਾੜੀ ਦੇ ਕਾਗਜ਼ਾਤ ਵੀ ਪੂਰੇ ਹੁੰਦੇ ਨੇ ਫਿਰ ਵੀ। ਨਹੀਂ, ਹਕੂਮਤ ਦੇ ਜਿਹੜਾ ਹੁਣ ਉਹਨਾਂ ਕੀਤੇ ਹੈ ਕਿ ਵਜ਼ਨ ਫਾਰ ਐਗਜ਼ਾਮਪਲ 40 ਟਨ ਤੋਂ ਉੱਤੇ ਤੁਸੀਂ ਲੈ ਕੇ ਮੋਟਰਵੇ ਤੇ ਨਹੀਂ ਚੜ ਸਕਦੇ। ਘਰੇਚੂ ਜਿਹੜੀਆਂ ਗੱਡੀਆਂ ਵੱਡੀਆਂ ਆਉਂਦੀਆਂ, ਟੋਟਲ weight ਗੱਡੀ ਨੇ ਦਿੱਤਾ 60 ਟਨ ਬਮਾਏ ਗੱਡੀ। ਮਾਏ ਗੱਡੀ ਗੱਡੀ ਦਾ ਆਪਣਾ ਵਜ਼ਨ ਕਿੰਨਾ ਹੈ? ਗੱਡੀ ਦਾ ਵਜ਼ਨ ਹੁੰਦਾ 18 ਤੋਂ 20 ਟਨ। ਉਹੀ 40 ਟਨ ਨਹੀਂ ਹੋਗੀ ਫਿਰ ਨਾ। ਟੋਟਲ ਮੋਟਰਵੇ ਵਜ਼ਨ ਦਿੱਤਾ ਸਾਨੂੰ 60 ਟਨ। ਅਸੀਂ 60 ਟਨ ਪਾਉਣੇ ਦੇ ਬਾਵਜੂਦ ਵੀ ਸਾਡੇ ਨਾਲ ਜ਼ਿਆਦਤੀ ਕੀਤੀ ਜਾਂਦੀ ਬਹੁਤ ਜ਼ਿਆਦਾ। ਨਹੀਂ, ਅਗਰ ਇਸ ਚੀਜ਼ ਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਕਿ ਅਗਰ ਤੇ ਚਲਾਨ ਵੀ ਇੱਕ ਹੁੰਦਾ, ਦੋ ਹੁੰਦਾ, ਤੇ ਫਿਰ ਵੀ ਅਗਰ ਤੀਸਰੀ ਜਗ੍ਹਾ ਤੇ ਜਾ ਕੇ ਫਿਰ ਚਲਾਨ ਕਰਦੇ ਨੇ, ਫਿਰ ਰੀਜ਼ਨ ਕੀ ਰੱਖਦੇ ਨੇ? ਅਗਰ ਪਹਿਲਾ ਚਲਾਨ ਹੁੰਦਾ ਤੁਹਾਡਾ ਫਾਰ ਐਗਜ਼ਾਮਪਲ ਓਵਰਲੋਡ ਗੱਡੀ ਹੋ ਗਈ, ਸਮਝ 'ਚ ਆ ਗਿਆ, ਉਹਨੇ ਚਲਾਨ ਕਰ ਛੱਡਿਆ, ਲੇਕਿਨ ਅੱਗੇ ਜਾ ਕੇ ਫਿਰ ਓਵਰਲੋਡ ਦਾ ਤੇ ਚਲਾਨ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਕੋਲ ਸਲਿੱਪ ਹੈ। ਤਾਂ ਉਹਨਾਂ ਜਿਸ ਅਸੀਂ KPK 'ਚ ਟਰਾਂਸਪੋਰਟ ਦਾ ਕੰਮ ਕਰ ਰਹੇ ਹਾਂ, ਸਾਡਾ ਦਫ਼ਤਰ ਹੈ ਚਨਾਬ ਟਰਾਂਸਪੋਰਟ ਕੰਪਨੀ KPK ਹਤਾਰ 'ਚ, ਹਰੀਪੁਰ ਜ਼ਿਲ੍ਹਾ ਹਰੀਪੁਰ। ਉੱਥੇ KPK 'ਚ 24 ਘੰਟੇ ਦਾ ਇੱਕ ਚਲਾਨ ਹੁੰਦਾ ਹੈ। ਉੱਥੇ ਦੂਸਰਾ ਚਲਾਨ ਨਹੀਂ ਪੁਲਿਸ ਸਾਨੂੰ ਕਰ ਸਕਦੀ। ਪੰਜਾਬ ਵਿੱਚ ਕਮ ਸੇ ਕਮ ਕਿੱਥੇ ਸਾਨੂੰ ਪੁਲਿਸ ਟੱਕਰੇ ਦੀ, ਟ੍ਰੈਫਿਕ ਦੂਸਰੀ ਪੁਲਿਸ ਚਲਾਨ ਤੇ ਚਲਾਨ ਕਰੇ, ਹਰ ਇੱਕ ਨੇ ਚਲਾਨ ਕਰਨਾ, ਰੋਕ ਕੇ ਉਹਨੇ ਕੋਈ ਨਾ ਕੋਈ ਬਹਾਨਾ ਚਲਾਨ ਦਾ ਬਣਾ ਲੈਣਾ। ਹੁਣ ਕਈ ਤੁਸੀਂ ਦੱਸਿਆ ਸੀ, ਫਰਜ਼ ਕਰੋ ਤੁਹਾਡੀਆਂ ਗੱਡੀਆਂ ਨੇ ਇਸ ਵਕਤ 22 ਵੀਲਰ 30-35 ਗੱਡੀਆਂ ਨੇ ਤੁਹਾਡੀਆਂ, ਜੀ ਤੇ 30-35 ਗੱਡੀਆਂ ਦੀ ਅਗਰ 10 ਦਿਨ ਹੜਤਾਲ ਰਵੇ ਤੇ ਉਹਦਾ ਨੁਕਸਾਨ ਤੇ ਜਾ ਕੇ ਲੱਖਾਂ ਕਰੋੜਾਂ 'ਚ ਹੋਇਆ। ਲੱਖਾਂ ਕਰੋੜਾਂ ਅਰਬਾਂ 'ਚ ਜੀ। ਲੇਕਿਨ ਅਰਬਾਂ 'ਚ ਹੁੰਦਾ, ਲੇਕਿਨ ਉਹਦਾ ਕੀ ਫਾਇਦਾ, ਬੈਨੀਫਿਟ ਕੀ ਲਿਆ ਤੁਸੀਂ? ਸਾਨੂੰ ਨੁਕਸਾਨ ਹੀ ਨੁਕਸਾਨ ਹੋਇਆ, ਉਹਦੇ 'ਚ ਕੋਈ ਬੈਨੀਫਿਟ ਨਹੀਂ ਮਿਲਿਆ ਸਾਨੂੰ। ਲੇਕਿਨ ਹੁਣ ਤੁਸੀਂ ਵੀ ਹੜਤਾਲ ਕਰ ਲਈ, ਪੈਟਰੋਲ ਪੰਪ ਵਾਲਿਆਂ ਨੇ ਵੀ ਹੜਤਾਲ ਕਰ ਲਈ। ਪੈਟਰੋਲ ਪੰਪ ਵਾਲਿਆਂ ਨੂੰ ਰਿਲੀਫ ਮਿਲ ਗਿਆ, ਉਹਨਾਂ ਦੀ ਕਮਿਸ਼ਨ 1.5 ਰੁਪਇਆ ਵਧਾਈ ਗਈ ਹੈ। ਉਹਨਾਂ ਦੀ ਖਤਮ, ਗੌਰਮੈਂਟ ਨੇ ਆਖਿਆ ਚਲੋ ਟਰਾਂਸਪੋਰਟ ਦੇ ਡੁੱਬੇ ਪਏ ਡੋਬ ਕੇ ਰੱਖੋ। ਪੈਟਰੋਲ ਪੰਪਾਂ ਨੇ ਹੜਤਾਲ ਕੀਤੀ, ਉਹਨਾਂ ਦੀ ਕਮਿਸ਼ਨ ਵਧਾਈ ਗਈ, ਉਹਨਾਂ ਦੀ ਹੜਤਾਲ ਖਤਮ ਹੋ ਗਈ। ਲੇਕਿਨ ਟਰਾਂਸਪੋਰਟ ਆਪਣੀ ਜਗ੍ਹਾ ਰੋਂਦਾ ਪਿਆ, ਕੰਪਨੀਜ਼ ਆਪਣੀ ਜਗ੍ਹਾ ਰੋਂਦੀਆਂ ਪਈਆਂ ਨੇ, ਪੈਟਰੋਲ ਵਾਲੇ ਆਪਣੀ ਜਗ੍ਹਾ ਤੇ ਰੋਂਦੇ ਪਏ ਨੇ। ਪਹਿਲਾਂ ਪੈਟਰੋਲ ਦਾ ਸੀ ਮਹੀਨੇ ਦਾ ਕਮੀ ਪੇਸ਼ੀ ਕਰਨਾ, ਵਧਾਉਣਾ, ਕੰਮ ਕਰਨਾ, ਠੀਕ ਹੈ। ਫਿਰ ਹੋ ਗਿਆ 15 ਦਿਨ ਦਾ, ਫਿਰ ਇਹਨਾਂ ਕਰਦਾ ਜੁਮੇ ਦੇ ਜੁਮੇ ਕਰ ਛੜਿਆ। ਹੁਣ ਇਹਨਾਂ ਬਾਅਦ 'ਚ ਉਹਨਾਂ ਨੇ ਹਕੂਮਤ ਨੇ ਕਰ ਲਿਆ ਡੇਲੀ ਦਾ, ਹਫ਼ਤੇ ਐਤਵਾਰ ਨੂੰ ਛੁੱਟੀ, ਸੈਚਰਡੇ ਸੰਡੇ ਛੁੱਟੀ, ਉਦੋਂ ਨਾ ਘਟਾ ਸਕਦੇ ਨਾ ਵਧਾ ਸਕਦੇ। ਰੋਜ਼ ਬਰੋਜ਼ ਸਾਡੀ ਇਹ ਹੜਤਾਲ ਹੈ। ਰੋਜ਼ ਬਰੋਜ਼ ਰਾਤੀ ਗੱਡੀ ਕਿਰਾਇਆ ਲੱਦ ਕੇ ਜਾਂਦੀ, ਘੱਟ ਕਿਰਾਏ ਸੁਬਾ ਡੀਜ਼ਲ ਵਧੇ ਆਉਂਦਾ।
ਕਿਸੇ ਪੁਆਈ ਦਾ ਡੀਜ਼ਲ ਜ਼ਿਆਦਾ ਪੈਸਿਆਂ ਦਾ ਪੈਂਦਾ ਹੈ, ਕਿਰਾਇਆ ਘੱਟ ਮਿਲਦਾ ਹੈ, ਸਾਡੇ ਕਿਰਾਏ ਵਧਾਉਂਦੇ ਕੋਈ ਨਹੀਂ। ਸਾਨੂੰ ਨੁਕਸਾਨ ਦੇ ਨੁਕਸਾਨ ਉਹਦਾ ਹੜਤਾਲ ਤਾਂ ਕੀਤੀ ਅਸੀਂ, ਸਾਨੂੰ ਟਰਾਂਸਪੋਰਟ ਨੂੰ ਰਿਲੀਫ ਨਹੀਂ ਕੋਈ ਮਿਲ ਨਹੀਂ ਰਿਹਾ। ਇਹ ਪੁਆਇੰਟ ਤੇ ਤੁਹਾਡਾ ਵੈਲਿਡ ਹੈ। ਹਮ। ਕਮ ਸੇ ਕਮ ਅਗਰ ਪੈਟਰੋਲ ਵਧਾਉਣਾ ਹੈ ਤਾਂ ਕਮ ਸੇ ਕਮ ਨੋਟਿਸ ਇਹਨਾਂ ਨੂੰ ਦੇਣਾ ਚਾਹੀਦਾ। 2 ਦਿਨ ਦਾ ਹੀ ਦੇ ਸਕਣ, 3 ਦਿਨ ਦਾ ਹੀ ਦੇ ਸਕਣ, ਸਾਡੀ ਨੋਟਿਸ ਦੇਣ ਹੜਤਾਲ ਵਾਲਾ। ਇਹ ਕੀਤੀ ਸੀ 15 ਦਿਨ ਦਾ ਜਾਂ ਰੱਖ ਲਵਣ ਜਾਂ ਮਹੀਨੇ ਦਾ ਰੱਖ ਲਵਣ। ਬਿਲਕੁਲ ਜੀ ਹਾਂ, ਸਾਨੂੰ ਪਤਾ ਤਾਂ ਹੋਵੇ ਗੱਡੀ ਫੇਰਾ ਲਾ ਕੇ ਆਉਂਦੀ ਡੀਜ਼ਲ ਪਵਾਉਣਾ, ਅਸੀਂ ਰਾਤੀ ਗੱਡੀ ਜਾਂਦੀ ਹੈ ਸੁਬਾਹ ਡੀਜ਼ਲ ਪਵਾਉਣੇ, ਰਾਤੀ 12 ਵਜੇ ਤੋਂ ਬਾਅਦ ਵੱਧੇ ਆਉਂਦਾ। ਲੇਕਿਨ ਹੁਣ ਵੇਖੋ, ਇੱਕ ਟਰਾਂਸਪੋਰਟ ਹੈ, ਪੈਟਰੋਲ ਪੰਪ ਹੈ ਜਾਂ ਕੋਈ ਵੀ ਦੂਸਰੀ ਹੈ ਅਦਰ, ਲੇਕਿਨ ਇਹਦੇ ਵਿੱਚ ਤੁਸੀਂ ਵੀ ਹੜਤਾਲ ਕਰ ਲਈ ਪੈਟਰੋਲ ਪੰਪ ਵਾਲੇ, ਤੇ ਗਰੀਬ ਬੰਦਾ ਜਿਹੜਾ ਵਿੱਚ ਪਿਸਦਾ ਪਿਆ, ਵਿੱਚ ਗਰੀਬ ਬੰਦਾ ਵੀ ਤੇ ਵਿੱਚ ਹੀ ਹੈ ਨਾ, ਬਿਲਕੁਲ ਗਰੀਬ ਆਦਮੀ ਨੂੰ ਕੋਈ ਜਿਹੜਾ relief ਨਹੀਂ ਪਿਸਦਾ ਮਿਲ ਪਿਆ ਰਿਹਾ। ਉਹ ਕੀ ਕਰੇ, ਉਹ ਕਿੱਥੇ ਹੜਤਾਲ ਕਰੇ ਜਾ ਕੇ? ਬਸ ਗਰੀਬ ਆਦਮੀ ਨੂੰ ਸਜ਼ਾ ਮਿਲ ਰਹੀ ਹੈ ਇੱਥੇ, ਗਵਰਨਮੈਂਟ ਕੋਈ ਗਰੀਬ ਆਦਮੀ ਨੂੰ ਰਿਲੀਫ ਨਹੀਂ ਦੇ ਰਹੀ ਹੈ। ਇੱਕ ਟਰਾਂਸਪੋਰਟ ਵਾਹਦ ਹੈ ਜਿਹਨੂੰ ਪਾਕਿਸਤਾਨ ਦੇ ਥਰੂ ਚੱਲ ਰਿਹਾ ਹੈ, ਡੀਜ਼ਲ ਪੈਟਰੋਲ ਟਰਾਂਸਪੋਰਟ 'ਚ ਯੂਜ਼ ਹੋ ਰਿਹਾ ਬਿਲਕੁਲ ਨੇ। ਬਿਲਕੁਲ ਜੀ ਹਾਂ 60% ਤੇ ਵੱਡੀਆਂ ਗੱਡੀਆਂ 'ਚ ਯੂਜ਼ ਹੋ ਰਿਹਾ। ਬਿਲਕੁਲ, ਇਹਦੇ 'ਚ ਟੈਕਸਟਾਈਲਾਂ ਨੂੰ ਬੜਾ ਨੁਕਸਾਨ ਹੋਇਆ ਹੈ। ਹੂੰ, ਹੁਕੂਮਤ ਫਿਰ ਵੀ ਨੋਟਿਸ ਨਹੀਂ ਲੈ ਰਹੀ, ਕੋਈ ਰਿਲੀਫ ਨਹੀਂ ਦੇ ਰਹੀ ਟਰਾਂਸਪੋਰਟ ਨੂੰ ਹੈ। ਤੁਸੀਂ ਕਿਹਦਾ ਦੌਰ ਸਹੀ ਸਮਝਦੇ ਹੋ? ਨਵਾਜ਼ ਸ਼ਰੀਫ ਦਾ, ਪੀਟੀਆਈ ਦਾ, ਕਾਫ ਦਾ? ਨਵਾਜ਼ ਸ਼ਰੀਫ ਆਪਣੇ ਦੌਰ ਕਿਹੜਾ ਗੁਜ਼ਰ ਗਿਆ, ਨਵਾਜ਼ ਸ਼ਰੀਫ ਦਾ ਦੌਰ ਉਹਦੇ 'ਚ ਟਰਾਂਸਪੋਰਟ ਨੂੰ ਰਿਲੀਫ ਸਹੀ ਮਿਲੇ ਸੀ। ਠੀਕ ਹੈ। ਵੈਸੇ ਹੈ ਦੇ ਆ ਵੀ ਨਵਾਜ਼ ਸ਼ਰੀਫ ਦੀ ਹੁਕੂਮਤ ਹੈ, ਉਹਦੇ ਭਾਈ ਨੇ ਸ਼ਬਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਸਾਹਿਬ, ਵੈਸੇ ਰਿਲੀਫ ਨਹੀਂ ਟਰਾਂਸਪੋਰਟ ਨੂੰ ਮਿਲ ਰਿਹਾ। ਮਤਲਬ ਹੈ ਟਰਾਂਸਪੋਰਟ ਦੇ ਹੱਕ ਵਿੱਚ ਨਹੀਂ ਨਹੀਂ ਹੈ। ਨਹੀਂ ਹੈ। ਤੇ ਤੁਸੀਂ ਹੁਣ ਇੱਕ ਆਮ ਤੁਸੀਂ ਵੇਖਦੇ ਹੋ ਉਹਦੇ ਪਿੰਡਾਂ 'ਚ ਵੋਟ ਹੁੰਦੇ ਪਏ ਨੇ ਹੁਣ, ਜੀ ਹਾਂ। ਤੁਸੀਂ ਤੁਹਾਡੀ ਦਿਲ ਦੀ ਰਾਏ ਕੀ ਹੈ, ਕਿਹਨੂੰ ਵੋਟ ਦੇਣਾ ਚਾਹੀਦਾ? ਅਸੀਂ ਫਿਲਹਾਲ ਸਾਡਾ ਕੋਈ ਇਰਾਦਾ ਨਹੀਂ ਕਿਸੇ ਨੂੰ ਵੋਟ ਨਹੀਂ ਦੇਣਾ। ਨਹੀਂ, ਵੋਟ ਜ਼ਾਇਆ ਤੇ ਨਾ ਕਰਨਾ ਆਪਣਾ। ਫਿਲਹਾਲ ਸਾਨੂੰ ਕੋਈ ਰਿਲੀਫ ਮਿਲੇ ਤੇ ਸਾਡੇ ਦਿਲ ਨੂੰ ਖੁਸ਼ੀ ਹੋਵੇ ਤੇ ਵੋਟ ਦਿਆਂ ਦੇਣਾ। ਨਹੀਂ, ਰਿਲੀਫ ਤੁਸੀਂ ਨੂਨ ਨਾਲੇ ਕਰਦੇ ਪਏ ਨੇ, ਫਰਜ਼ ਕਰੋ ਮਰੀਮ ਨਵਾਜ਼ ਸਾਹਿਬ ਜਾਂ ਕਰਦੇ ਪਏ ਨੇ ਜਾਂ ਦੂਸਰੇ ਸ਼ਬਾਜ਼ ਸ਼ਰੀਫ ਕਰਦਾ ਪਿਆ। ਸਰ ਅਸੀਂ ਆਪਣੇ ਕਾਰੋਬਾਰ ਨੂੰ ਪਹਿਲਾਂ ਵੇਖਣਾ, ਜਦ ਸਾਨੂੰ ਇੱਕ ਸਕੂਨ ਹੀ ਨਹੀਂ ਮਿਲਣਾ ਹੈ ਅਸੀਂ ਵੋਟ ਸਾਡਾ ਕਿੰਝ ਦਿਲ ਕਰੇਗਾ ਦੇਣੇ ਨੂੰ ਵੋਟ। ਦੂਸਰੇ ਨੰਬਰ ਤੇ ਇਹਨਾਂ ਨੇ ਸਾਡੇ ਡਰਾਈਵਰ ਨੇ ਜਿਹੜੇ ਇੱਕ ਜੂਨੀਅਰ ਤੋਂ ਸੀਨੀਅਰ ਡਰਾਈਵਰ ਬਣਦਾ ਹੈ, ਇੱਕਦਮ ਉਹਦਾ HTV ਲਾਇਸੈਂਸ ਦੇ ਨਹੀਂ ਬਣ ਸਕਦਾ ਹੈ। ਅਸੀਂ LTV ਲਾਇਸੈਂਸ ਤਿਆਰ ਕਰਨੇ ਆ ਉਹਦਾ, ਉਹਨੂੰ ਅਸੀਂ ਆਖਨੇ ਤੂੰ ਡਰਾਈਵਰ, ਚਲੋ ਗੌਰਮੈਂਟ ਨੂੰ ਇਹ ਰਿਲੀਫ ਦੇਣਾ ਚਾਹੀਦਾ। ਲਾਇਸੈਂਸ ਤੇ ਹੈ ਡਰਾਈਵਰਿੰਗ ਦੇ ਕਰਨ ਲੱਗੇ ਆ, ਨੱਪ ਕੇ ਚਲਾਨ 10-10 ਹਜ਼ਾਰ ਰੁਪਏ ਦਾ ਚਲਾਨ ਦਿੰਦੇ ਨੇ। ਤੇ ਲੇਕਿਨ ਅੱਗੇ ਤੇ ਕਹਿੰਦੇ ਹੁਣ ਸਾਡੇ ਨਾਲ ਮੁਜ਼ਾਕਰਾਤ ਹੋਏ ਨੇ, ਸਾਨੂੰ ਟਾਈਮ ਦਿੱਤਾ ਨੇ ਤੁਹਾਡੇ ਡਾਇਰੈਕਟ ਲਾਇਸੈਂਸ ਬਣਨ ਦੇ, ਕਿਹੜਾ ਟੂਲ ਪਲਾਜ਼ਾ ਵਧਾਇਆ ਗਿਆ ਹੈ, ਟੂਲ ਪਲਾਜ਼ਾ ਕੰਮ ਕੀਤਾ ਜਾਏਗਾ, ਡੀਜ਼ਲ ਕੰਮ ਕੀਤਾ ਜਾਏਗਾ, ਤੁਹਾਡੇ ਸਾਰੇ ਹਕੂਕ ਮੰਨੇ ਜਾਣ ਦੇ। ਤੇ ਇਹ ਤੁਹਾਨੂੰ ਟਾਈਮ ਦਿੱਤਾ ਨੇ 30 ਦਿਨ ਦਾ। 30 ਦਿਨ ਦਾ ਟਾਈਮ ਦਿੱਤਾ। ਅਗਰ 30 ਦਿਨ 'ਚ ਨਹੀਂ ਹੁੰਦਾ ਤੇ ਕੀ ਕਰ ਸਕਦੇ ਹੋ ਤੁਸੀਂ? ਫਿਰ ਦੁਬਾਰਾ ਹੜਤਾਲ ਦਾ ਐਲਾਨ ਕੀਤਾ ਜਾਏਗਾ। ਜੀ ਗਾਇਸ, ਤੁਸੀਂ ਦੇਖਿਆ ਹੋਵੇਗਾ ਟਰਾਂਸਪੋਰਟ ਦਾ ਸਾਰੇ ਕੈਸਰ ਗੁੱਜਰ ਸਾਹਿਬ ਦੀ ਜ਼ਬਾਨੀ, ਕਿ ਕਿਉਂਕਿ ਇਹਨਾਂ ਦੀਆਂ 30-35 ਗੱਡੀਆਂ ਨੇ, 30-35 ਗੱਡੀਆਂ ਥੋੜੀਆਂ ਜਿਹੀਆਂ ਨਹੀਂ ਹੁੰਦੀਆਂ। ਤੇ ਅਗਰ ਇਹ ਟਰਾਂਸਪੋਰਟ ਦਾ ਹੀ ਹਾਲਾਤ ਹੈ ਤੇ ਦੂਸਰਿਆਂ ਦਾ ਕੀ ਹਾਲਾਤ ਹੋਣਾ? ਬਿਲਕੁਲ ਠੀਕ ਕਹਿ ਰਹੇ ਨੇ, ਇਹਨਾਂ ਦਾ ਲੱਖਾਂ ਕਰੋੜਾਂ ਅਰਬਾਂ ਦਾ ਨੁਕਸਾਨ ਹੁੰਦਾ ਪਿਆ। ਇੰਜੇ ਹੀ ਇਹਨਾਂ ਦੀ ਜਗ੍ਹਾ ਦੂਸਰਿਆਂ ਦਾ ਵੀ ਐਜ਼ ਟੂ ਐਜ਼ ਨੁਕਸਾਨ ਹੋ ਰਿਹਾ, ਕੰਪਨੀਆਂ ਦਾ ਵੀ ਇੰਜੇ ਨੁਕਸਾਨ ਹੋ ਰਿਹਾ, ਅੱਗੂ ਜਿਹੜਾ ਛੋਟਾ ਤਬਕਾ ਹੈ ਉਹਨਾਂ ਦਾ ਵੀ ਇੰਜੇ ਨੁਕਸਾਨ ਹੋ ਰਿਹਾ। ਲੇਕਿਨ ਇਹਨਾਂ ਦਾ ਬਿਲਕੁਲ ਇੱਕ ਵੈਲਿਡ ਹੈ ਕਿ ਪੈਟਰੋਲ ਕਮ ਸੇ ਕਮ ਵਧਾਉਣਾ ਹੈ ਤੇ ਇਹਦੇ ਤੋਂ ਸਾਨੂੰ ਨੋਟਿਸ ਦੇਣਾ ਚਾਹੀਦਾ ਗੌਰਮੈਂਟ ਨੂੰ ਪਹਿਲਾਂ ਕਿ ਅਸੀਂ ਅਗਲੇ ਹਫਤੇ ਪੈਟਰੋਲ ਵਧਾਉਣਾ ਹੈ, 15 ਦਿਨਾਂ ਬਾਅਦ ਪੈਟਰੋਲ ਵਧਾਉਣਾ ਹੈ। ਕਿਉਂਕਿ ਗੱਡੀਆਂ ਜਿਹੜੇ ਫੇਰੇ ਲੈ ਕੇ ਜਾਂਦੀਆਂ ਪਈਆਂ ਨੇ ਉਹ ਕੀਮਤ ਤੈਅ ਕਰਕੇ ਜਾਂਦੀਆਂ ਪਈਆਂ ਨੇ, ਜਿਹੜੇ ਵਾਪਸ ਆਉਂਦੇ ਨੇ ਡਬਲ ਪੈਟਰੋਲ ਦੀ ਉਹਨਾਂ ਵਿੱਚ ਬਚਤ ਹੀ ਨਹੀਂ ਹੁੰਦੀ ਹੈ। ਇਹ ਵੈਲਿਡ ਹੈ ਤੇ ਇਹ ਹਕੂਮਤ ਅੱਗੇ ਗੁਜ਼ਾਰਿਸ਼ ਹੈ ਕਿ ਇਹਦੇ ਬਾਰੇ 'ਚ ਸੋਚਿਆ ਜਾਏ। अस्सलाम वालेकुम।